ਹੈਲੋ ਸਟੂਡੈਂਟਸ, ਟੀਵੀ ਸਕੂਲ 'ਚ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਕਲਾਸ 10th ਦਾ ਚੈਪਟਰ ਨੰਬਰ 9 ਹੈਰੀਡਿਟੀ ਐਂਡ ਐਵੋਲੂਸ਼ਨ, ਲੈਕਚਰ ਨੰਬਰ 1। ਸੋ ਬੱਚਿਓ, ਇਹ ਆਪਣੀ ਸਾਇੰਸ ਦਾ ਹੈ ਹੁਣ ਚੈਪਟਰ ਹੈਰੀਡਿਟੀ ਐਂਡ ਐਵੋਲੂਸ਼ਨ। ਇਸ ਤੋਂ ਪਹਿਲਾਂ ਆਪਾਂ ਚੈਪਟਰ ਪੜ੍ਹ ਚੁੱਕੇ ਹਾਂ ਰਿਲੇਟਡ ਟੂ ਰੀਪਰੋਡਕਸ਼ਨ, ਕਿ ਕਿਸ ਤਰ੍ਹਾਂ ਸਾਡੇ ਕੋਲ ਰੀਪਰੋਡਕਸ਼ਨ ਹੁੰਦੀ, ਮੀਨਸ ਕਿ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਪਾਸ ਹੋਣ ਹੁੰਦੀ ਹੈ। ਉਸੇ ਹੀ ਚੈਪਟਰ ਨੂੰ ਬੱਚਿਓ ਅੱਗੇ ਆਪਾਂ ਕੈਰੀ ਆਊਟ ਕਰਾਂਗੇ ਔਰ ਡਿਸਕਸ ਕਰਾਂਗੇ ਇਸ ਲੈਕਚਰ ਦੇ ਵਿੱਚ ਕਿ ਅਸੀਂ ਜੋ ਕਹਿੰਦੇ ਆ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਸਾਡੇ ਕੋਲ ਕੀ ਹੈ, ਜੋ ਪੋਪੂਲੇਸ਼ਨ ਹੈ ਉਹ ਕੰਟੀਨਿਊ ਹੁੰਦੀ ਹੈ। ਐਕਚੁਅਲ ਦੇ ਵਿੱਚ ਜੋ ਪੋਪੂਲੇਸ਼ਨ ਕੰਟੀਨਿਊ ਹੁੰਦੀ ਹੈ ਉਹ ਕਿਸ ਫਾਰਮ 'ਚ ਹੁੰਦੀ ਹੈ, ਉਹ ਪਾਸ ਹੁੰਦੇ ਹੈ DNA, ਉਸ ਤੋਂ ਰਿਲੇਟਡ ਕਰੈਕਟਰਸ, ਇਹ ਬੱਚਿਓ ਸਾਰਾ ਕੁਝ ਪਾਸ ਹੁੰਦਾ ਹੈ। ਸੋ ਆਲਰੇਡੀ ਆਪਾਂ ਕੀ ਡਿਸਕਸ ਕਰ ਚੁੱਕੇ ਹਾਂ। ਆਪਾਂ ਆਪਣੇ ਪਿਛਲੇ ਚੈਪਟਰ ਦੇ ਵਿੱਚ ਜਿਹੜਾ ਰੀਪਰੋਡਕਸ਼ਨ ਚੈਪਟਰ ਹੈ ਉਹਦੇ ਵਿੱਚ ਆਪਾਂ ਕੀ ਪੜ੍ਹਿਆ ਸੀ, ਕੋਈ ਵੀ ਜੋ ਸੈੱਲ ਹੈ ਉਹ ਸਭ ਤੋਂ ਪਹਿਲਾਂ ਸੈੱਲ ਕੀ ਹੋਏਗਾ, ਮੈਚਿਓਰ ਹੋਏਗਾ। ਮੈਚਿਓਰ ਦੇ ਨਾਲ ਕੀ ਹੋਏਗਾ, ਸੈੱਲ ਦਾ ਜੋ ਇੰਟਰਨਲ ਕੰਟੈਂਟ ਹੈ ਉਹ ਡਬਲ ਹੋ ਜਾਏਗਾ। ਡਬਲ ਹੋਣ ਤੋਂ ਬਾਅਦ ਕੀ ਹੋਏਗਾ, ਸੈੱਲ ਡਿਵਾਈਡ ਹੋਏਗਾ ਐਂਡ ਫਾਈਨਲੀ 2 ਨਿਊ ਡਾਟਰ ਸੈਲਸ ਪ੍ਰੋਡਿਊਸ ਹੋ ਜਾਣਗੀਆਂ। ਸਿਮਿਲਰ ਕੇਸ ਸੈਕਚੁਅਲ ਰੀਪਰੋਡਕਸ਼ਨ। ਸੈਕਚੁਅਲ ਰੀਪਰੋਡਕਸ਼ਨ 'ਚ ਕੀ ਗੈਮੀਟਸ ਹੁੰਦੇ ਆ। ਗੈਮੀਟਸ ਦੇ ਵਿੱਚ ਤੁਸੀਂ ਕੀ ਪੜ੍ਹਿਆ ਸੀਗਾ ਕਿ ਸਪੈਸ਼ਲਾਈਜ਼ਡ ਟਾਈਪ ਆਫ ਸਟਰਕਚਰਸ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਆਰਗਨਸ, ਰਿਪਰੋਡਕਟਿਵ ਆਰਗਨਸ 'ਚ ਪ੍ਰੋਡਿਊਸ ਹੁੰਦੇ, ਦੇ ਆਰ ਗੈਮੀਟਸ। ਔਰ ਗੈਮੀਟਸ ਪ੍ਰੋਡਿਊਸ ਕਰਦੇ ਪਰਟੀਕੂਲਰ ਟਾਈਪ ਆਫ ਸੈਲਸ। ਉਹ ਸੈਲਸ ਬੱਚਿਓ ਐਕਚੁਅਲ ਦੇ ਵਿੱਚ ਇਨਵੋਲਵਡ ਹੁੰਦੇ ਨੇ ਇਨ ਦ ਕੰਟੀਨਿਊਟੀ ਆਫ ਸਪੀਸ਼ੀਜ਼। ਸੋ ਬੇਸਿਕਲੀ ਅਗਰ ਅਸੀਂ ਕਹੀਏ ਤਾਂ ਬੱਚਿਓ ਬੋਥ ਮੋਡ ਆਫ ਰੀਪਰੋਡਕਸ਼ਨ ਲਾਈਕ ਇਨਵੋਲਵਿੰਗ ਸਿੰਗਲ ਪੇਰੈਂਟ ਔਰ ਇਨਵੋਲਵਿੰਗ ਡਬਲ ਪੇਰੈਂਟ, ਸੋ ਦੋਨਾਂ ਦੇ ਕੇਸ ਦੇ ਵਿੱਚ ਹੀ ਸਾਡੇ ਕੋਲ ਕੀ ਹੈ, ਵੇਰੀਏਸ਼ਨਸ ਇੰਟਰੋਡਿਊਸ ਹੁੰਦੀਆਂ ਨੇ। ਸੋ ਹੁਣ ਅਸੀਂ ਨੈਕਸਟ ਗੱਲ ਕਰਦੇ ਹਾਂ ਬੱਚਿਓ ਕਿ ਹੈਰੀਡਿਟੀ ਐਂਡ ਐਵੋਲੂਸ਼ਨ ਤੇ। ਸਾਨੂੰ ਇਹ ਪਤਾ ਲੱਗ ਗਿਆ ਕਿ ਐਕਚੁਅਲ 'ਚ ਹੈਰੀਡਿਟੀ ਐਂਡ ਐਵੋਲੂਸ਼ਨ ਕਿਸ ਤੋਂ ਰਿਲੇਟਡ ਪੜ੍ਹਨਾ ਹੈ, ਕਿ ਜੋ ਵੀ ਸਾਡੇ ਕੋਲ ਸਪੀਸ਼ੀਜ਼ ਨੇ। ਹੁਣ ਅਸੀਂ ਕਹਿੰਦੇ ਹਾਂ ਕਿ ਅਗਰ ਅਸੀਂ ਹਿਊਮਨਸ ਦੀ ਹੀ ਗੱਲ ਕਰੀਏ, ਹਿਊਮਨਸ 'ਚ ਕੀ ਅਸੀਂ ਸਾਰੇ ਇੱਕੋ ਤਰ੍ਹਾਂ ਦੇ, ਲਾਈਕ ਸਾਰਿਆਂ ਦੇ ਹੇਅਰਸ ਹੁੰਦੇ ਹੈ, ਸਭ ਦੇ 2 ਆਈਜ਼ ਹੁੰਦੀ ਹੈ, 1 ਨੋਜ਼, ਫੇਸ ਹੁੰਦਾ ਹੈ, 2 ਹੱਥ ਹੁੰਦੇ, 2 ਪੈਰ ਹੁੰਦੇ ਆ। ਸੋ ਹਰ ਇੱਕ ਦਾ ਜੋ ਬੋਡੀ ਡਿਜ਼ਾਈਨ ਹੈ ਉਹ ਸੇਮ ਹੈ। ਇਸ ਕਰਕੇ ਅਸੀਂ ਕੀ ਕਹਿੰਦੇ ਹਾਂ ਕਿ ਅਸੀਂ ਸਾਰੇ ਹਿਊਮਨਸ ਆ। ਅਗਰ ਅਸੀਂ ਕਿਸੇ ਹਿਊਮਨ ਨੂੰ ਕੈਟ ਨਾਲ ਕੰਪੇਅਰ ਕਰੀਏ ਤਾਂ ਕੈਟ ਦੇ 2 ਹੱਥ ਨਹੀਂ ਹੁੰਦੇ, ਉਹਦੇ ਕੀ ਹੁੰਦੇ, 4 ਅਸੀਂ ਕਹਿੰਦੇ ਨੇ ਪੈਰ ਨੇ, ਕਿਉਂਕਿ ਉਹ ਅਸੀਂ ਬਾਈਪੀਟਲ ਆ, ਉਹ ਟੈਟਰਾ ਨੇ। ਸੋ ਸਿਮਿਲਰਲੀ ਬੱਚਿਓ ਸਾਡੇ ਕੋਲ ਅਗਰ ਅਸੀਂ ਕਹੀਏ ਸਾਰੇ ਦੇ ਸਾਰੇ ਹਿਊਮਨਸ ਨੂੰ ਅਸੀਂ ਇਨਕਲੂਡ ਕਰਦੇ ਤੇ ਅਸੀਂ ਕਹਿੰਦੇ ਹਾਂ ਕਿ ਸਾਡੀ ਸਪੀਸ਼ੀਜ਼ ਦੇ ਨੇ। ਕਿਉਂ? ਬਿਕੋਜ਼ ਵੀ ਹੈਵ ਸੇਮ ਬੋਡੀ ਡਿਜ਼ਾਈਨ। ਸਾਡੀ ਜੋ ਬੋਡੀ ਦਾ ਡਿਜ਼ਾਈਨ ਹੈ ਉਹ ਕੀ ਹੈ, ਬਿਲਕੁਲ ਸੇਮ ਹੈ। ਤਾਂ ਫਿਰ ਬੱਚਿਓ ਨੈਕਸਟ ਡਿਫਰੈਂਸ ਕੀ ਆਇਆ, even if the body design are same, there are some variations in it. ਉਹਨਾਂ ਦੇ ਵਿੱਚ ਫਿਰ ਵੀ ਕੁਛ ਨਾ ਕੁਛ ਅੰਤਰ ਹੁੰਦਾ ਹੈ। ਵੇਰੀਏਸ਼ਨਸ ਵਰਡ ਨੂੰ ਤੁਸੀਂ ਯਾਦ ਰੱਖਣਾ ਹੈ, ਕੀ ਹੁੰਦਾ ਉਹਨਾਂ ਦੇ ਵਿੱਚ ਕੁਛ ਨਾ ਕੁਛ ਅੰਤਰ ਹੁੰਦਾ ਹੈ। ਸੋ ਬੱਚਿਓ ਐਕਚੁਅਲ ਦੇ ਵਿੱਚ ਜਿਹੜਾ ਉਹ ਅੰਤਰ ਹੈ ਉਹ ਕਿਸ ਬੇਸਿਸ ਤੇ ਹੈ, ਕਿਉਂਕਿ ਉਹਨਾਂ ਦੇ DNA ਦੇ ਵਿੱਚ ਕੁਛ ਨਾ ਕੁਛ ਚੇਂਜ ਹੈ, ਜਿਸ ਨੂੰ ਆਪਾਂ ਆਪਣੇ ਇਸ ਲੈਕਚਰ ਦੇ ਵਿੱਚ ਪੜਾਂਗੇ। ਸੋ ਇਹਦੀ ਐਗਜ਼ਾਮਪਲ ਨਾਲ ਆਪਾਂ ਇਹਨੂੰ ਬੈਟਰ ਅੰਡਰਸਟੈਂਡ ਕਰਦੇ ਹਾਂ। ਲਾਈਕ ਮੈਂ ਤੁਹਾਨੂੰ ਹੁਣ ਇੱਥੇ ਐਗਜ਼ਾਮਪਲ ਦੇ ਰਹੀ ਹਾਂ ਈਅਰਸ ਦਾ, ਕੰਨ ਦਾ। ਸੋ ਦੋਨੋਂ ਹੀ ਕੰਨ ਪਹਿਚਾਨਣ ਚ ਆ ਰਹੇ ਹਿਊਮਨਸ ਦੇ, ਇਨਸਾਨ ਦੇ, ਸਾਡੇ ਕੋਲ ਇਹ ਦੋਨੋਂ ਕੰਨ ਨੇ। ਫਿਰ ਵੀ ਕਿਸੇ ਪੋਪੂਲੇਸ਼ਨ ਦੇ ਕੰਨ ਦੀ ਸ਼ੇਪ ਇਸ ਤਰ੍ਹਾਂ ਦੀ ਹੁੰਦੀ ਹੈ, ਕਿਸੇ ਪੋਪੂਲੇਸ਼ਨ ਦੇ ਜਿਹੜੇ ਕੰਨ ਦੀ ਸ਼ੇਪ ਕੀ ਹੈ, ਇਸ ਤਰ੍ਹਾਂ ਦੀ ਹੁੰਦੀ ਹੈ। ਹੁਣ ਇਹਨਾਂ ਦੋਨਾਂ ਦੇ ਵਿੱਚ ਬੱਚਿਓ ਜੇ ਆਪਾਂ ਡਿਫਰੈਂਸ ਦੇਖੀਏ ਤਾਂ ਇਹਨਾਂ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈ, ਸਾਡੇ ਕੋਲ ਦੋਨਾਂ ਦੇ ਵਿੱਚ ਇਹ ਹੈ ਈਅਰ ਲੋਬਸ। ਦੇਖੋ ਬੱਚਿਓ ਇਹਨੂੰ ਅਸੀਂ ਈਅਰ ਲੋਬਸ ਕਹਿੰਦੇ ਹਾਂ। ਸੋ ਈਅਰ ਲੋਬਸ ਕੀ ਹੈ, ਕਈਆਂ ਦੇ ਵਿੱਚ ਕੀ ਹੁੰਦੀ ਹੈ, ਡਿਟੈਚਡ ਹੁੰਦੀ, ਕੰਨ ਦੇ ਨਾਲ ਨਹੀਂ ਲੱਗੀ ਹੁੰਦੀ। ਕਈਆਂ ਦੇ ਵਿੱਚ ਉਹ ਈਅਰ ਲੋਬਸ ਕੀ ਹੁੰਦੀ ਹੈ, ਅਟੈਚ ਹੁੰਦੀ ਹੈ, ਬਿਲਕੁਲ ਸਕਿਨ ਦੇ ਨਾਲ ਹੁੰਦੀ ਹੈ। ਅਗਰ ਤੁਸੀਂ ਹੁਣ ਤੱਕ, ਕਈਆਂ ਨੂੰ ਪਤਾ ਵੀ ਹੋ ਸਕਦਾ ਹੈ, ਅਗਰ ਤੁਸੀਂ ਹੁਣ ਤੱਕ ਕਦੇ ਆਬਜ਼ਰਵ ਨਾ ਕੀਤਾ ਹੋਵੇ ਤਾਂ ਐਟਲੀਸਟ ਇਹ ਆਬਜ਼ਰਵ ਕਰਨਾ ਕਿ ਕਈਆਂ ਦੀ ਡਿਟੈਚਡ ਹੁੰਦੀ ਹੈ ਔਰ ਕਈਆਂ ਦੀ ਅਟੈਚਡ ਹੁੰਦੀ ਹੈ। ਸੋ ਬੱਚੋ ਈਵਨ ਇਨ ਦਾ ਹਿਊਮਨ ਸਪੀਸ਼ੀਜ਼ ਸਾਡੇ ਕੋਲ ਡਿਫਰੈਂਟ ਟਾਈਪ ਆਫ ਕੀ ਹੈ, ਪੋਪੂਲੇਸ਼ਨ ਦੇ ਵਿੱਚ ਡਿਫਰੈਂਟ ਕੀ ਹੈ, ਕਰੈਕਟਰਸ ਨੇ। ਸੋ ਇਹ ਕਰੈਕਟਰਸ ਦੇ ਬਾਰੇ ਹੀ ਅਸੀਂ ਸਟੱਡੀ ਕਰਨਾ ਹੈ ਕਿ ਕਿਸ ਤਰ੍ਹਾਂ ਉਹ ਕਰੈਕਟਰਸ ਇਨਹੈਰਿਟ ਹੁੰਦੇ ਹੈ, ਕਿਸ ਤਰ੍ਹਾਂ ਉਹ ਕਰੈਕਟਰਸ ਕੀ ਹੈ, ਐਕਸਪ੍ਰੈਸ ਹੁੰਦੇ ਹੈ। ਸੋ ਇੱਕ ਹੋਰ ਆਪਾਂ ਐਗਜ਼ਾਮਪਲ ਨਾਲ ਬੈਟਰ ਅੰਡਰਸਟੈਂਡ ਕਰ ਸਕਦੇ ਹਾਂ। ਲਾਈਕ ਬੋਥ ਦ ਪੇਰੈਂਟਸ ਕੰਟਰੀਬਿਊਟ ਇਕੁਅਲ ਅਮਾਊਂਟ ਆਫ ਜੈਨੇਟਿਕ ਮਟੀਰੀਅਲ ਟੂ ਦ ਚਾਈਲਡ। ਹੁਣ ਅਸੀਂ ਕਹਿ ਰਹੇ ਹਾਂ ਕਿ ਜੋ ਹਿਊਮਨ ਪੋਪੂਲੇਸ਼ਨ ਦੇ ਵਿੱਚ ਕਰੈਕਟਰਸ ਨੇ, ਐਕਚੁਅਲ ਜੋ ਉਹ ਚਾਈਲਡ ਦੇ ਵਿੱਚ ਜਾਂ ਨੈਕਸਟ ਜਨਰੇਸ਼ਨ 'ਚ ਕਿੱਥੋਂ ਆ ਰਹੇ, ਫਰੋਮ देयर ਪੇਰੈਂਟਸ। ਕਿਉਂਕਿ ਅਸੀਂ ਪੜ੍ਹਿਆ ਸੀ ਕਿ ਸੈਕਚੁਅਲ ਰੀਪਰੋਡਕਸ਼ਨ ਦੇ ਵਿੱਚ 2 ਪੇਰੈਂਟਸ ਇਨਵੋਲਵਡ ਹੈ, ਮੀਨਸ ਕਿ ਦੋਨੋਂ ਪੇਰੈਂਟਸ ਦੇ ਕਰੈਕਟਰ, ਫਾਦਰ ਦੇ ਕਰੈਕਟਰ ਵੀ ਆਉਣਗੇ ਐਂਡ ਮਦਰ ਦੇ ਕਰੈਕਟਰ ਵੀ ਆਉਣਗੇ। ਸੋ ਸਿਮਿਲਰਲੀ ਆਪਾਂ ਹੁਣ ਇੱਥੇ ਦੇਖਦੇ ਹਾਂ ਇੱਕ ਐਗਜ਼ਾਮਪਲ ਨਾਲ, ਲਾਈਕ ਫਾਦਰ ਹੈਜ਼ ਬਿਗ ਨੋਜ਼, ਫਾਦਰ ਦਾ ਨੋਜ਼ ਬਿਗ ਹੈ, ਮਦਰ ਦਾ ਸਮॉल ਹੈ। ਸੋ ਨੈਕਸਟ ਜਨਰੇਸ਼ਨ ਦੇ ਵਿੱਚ ਕੀ ਆਇਆ, ਜੋ ਸਨ ਹੈ ਦੈਟ ਗੈਟਸ ਦ ਬਿਗ ਨੋਜ਼। ਸੋ ਬਿਗ ਨੋਜ਼ ਵਾਲਾ ਕਰੈਕਟਰ ਕਿੱਥੋਂ ਆਇਆ ਹੈ, ਫਰੋਮ ਦ ਫਾਦਰ।
उसी तरह बच्चों सेकंड साडे कोल की है जो मदर है, दे हैज बुशी आईब्रोज, उन्हां दी जो आईब्रोज है दे हैव कर्ली आईब्रोज ने। सो वही करैक्टर मदर दा सन दे विच आ गया। सो सन आल्सो गेट द कर्ली आईब्रोज। एंड सिमिलर केस विद द हेयर, अगर असीं गल करी हेयर्स दे विच तां मदर दे कर्ली हेयर्स ने और सन दे भी की है कर्ली हेयर्स आ गए। सो बच्चों हुण जो नैक्सट जनरेशन साडे कोल आई है, एक्चुअल दे विच की है उहदे विच दोनों तरह के करैक्टर्स आए हैं, सम फ्रॉम द फादर एंड सम फ्रॉम द मदर। सो इस तो असीं की इन्फ्लुएंस कर सकते हाँ, की असीं इहदे तो कंक्लूड आउट कर सकते हाँ कि ईच ट्रेट कैन बी इन्फ्लुएंस्ड बाय बोथ पैटर्नल एंड मैटरनल डीएनए। ईच ट्रेट वर्ड तुहाडे लई न्यू हो सकता है आई थिंक। ट्रेट मीन वर्ड हुंदा बच्चों, इहदा मतलब हुंदा करैक्टर। जिद्दां कि हुणे आपां दो करैक्टर्स पढ़े, एक पढ़िया सी नोज शेप, दूजी पढ़ी असी आईब्रो शेप। सो दो करैक्टर्स असी पढ़े। सो रिलेटेड टू दैट हर एक जिहड़ा करैक्टर है वो इन्फ्लुएंस हुंदा है, वो किहदे नाल प्रभावित हुंदा है साडे कोल, बोथ पैटर्नल ते मैटरनल। पैटर्नल मीनस फ्रॉम फादर दे डीएनए नाल, लाइक किस तरह दा फादर दा डीएनए है, एंड सेम केस विद द मैटरनल डीएनए, मदर दा डीएनए किस तरह दा। सो इन ईच चाइल्ड जिहड़ा भी साडे कोल ट्रेट है या करैक्टर है, ਉਹਦੇ दो कॉपीज होणगियां, क्योंकि एक कॉपी फादर कोलों आएगी, एक मदर कोलों आएगी, बट एक्सप्रैस किहड़ी करेगी जिहड़ी उन्हां विचों ज़्यादा एक्सप्रैशन कैरी आउट करती हो। सो सिमिलर केस विद द बच्चों आई कलर के केस लाइक टू पेरेंट्स दी आपां आईज दे इत्थे डिस्कस कर रहे हैं, बोथ हैव द ग्रीन कलर्स, या तुसीं इत्थे ब्राउन कलर एज्यूम कर सकते हो, लाइक इंडियन आईज दे हैव अ ब्राउन कलर, मेजोरिटी ब्राउन और ब्लैक। सो जेनेटिकली हुण असीं की इस तो एक्सपैक्ट करते हैं, असीं इस तो एक्सपैक्ट करते हैं कि उन्होंने ऑफस्प्रिंग अगर दोनों जो फादर मदर दे सेम आई कलर है तो उन्होंने ऑफस्प्रिंग दे भी की होने चाहिए ग्रीन कलर और ब्राउन कलर। बट इन एक्चुअल जो बच्चों कलर है वो साडे कोल उन्हां च भी वेरिएशनस आती है। सो कुछ चाइल्ड दे ब्राउन कलर होणगियां आईज, कुछ दियां ब्लू कलर होणगियां, कईयां दियां ग्रीन कलर होणगियां। सो इट मीनस कि जो भी साडे कोल जेनेटिक क्वालिटीज़ ने वो ईवन फ्रॉम द पेरेंट्स टू ऑफस्प्रिंग अगर आ भी रही ने, उस दे बावजूद भी बच्चों की है उन्हां दे विच कुछ कॉम्बीनेशनस बनते हैं। इसनूं तुसीं हौली हौली मैं तुहानूं एक कीज़ दस रही हाँ, लाइक असीं पिछली स्लाइड दे विच की पढ़िया कि जो भी करैक्टर्स ने वो हाफ फ्रॉम द पेरेंट पैटर्नल, हाफ फ्रॉम द फादर एंड हाफ फ्रॉम द मदर आते हैं। नैक्सट मैं तुहानूं की दस रही हाँ कि जो भी साडे कोल करैक्टर ट्रांसमिट हो रहा है वो भी अगे नंबर ऑफ कॉम्बीनेशनस ते डिपेंड करता है कि इस करैक्टर नूं, लाइक इत्थे गल कर रहे सी आई कलर दी। सो आई कलर नूं कंट्रोल करन लई किहड़ी जीन्स है और उस जीन्स दी कितनी क्वांटिटी चाहिदी है। सो एक कुछ बच्चों साडे कोल चीज़ां ने जो कि आपां स्लोली चैप्टर्स दे विच डिस्कस करांगे। सो इस चैप्टर दे विच बच्चों हुण आपां जो हैरिडिटी एंड एवोल्यूशन है, सो बेसिकली आपां किहड़ी दो चीज़ां ते फोकस रखांगे। एक तां हैरिडिटी मीनस कि साडे कोल किहड़ा मैकेनिज्म है जिहदे नाल साडे कोल जिहड़ियां जीन्स ने वो क्रिएट हो जांदियां और अगली जनरेशनस च इनहैरिट हुंदियां ने, एक जनरेशन तो दूजी जनरेशन पास हो रही है, एक इस तरह का मैकेनिज्म है। एंड सेकेंड इज द एवोल्यूशन मीनस कि जिहड़े भी करैक्टर्स ट्रांसफर हो रहे हैं बच्चों, वो करैक्टर्स थोड़े वेरिएशनस दे नाल थोड़ा अंतर हुंदा है। लाइक पेरेंट्स तो ऑफस्प्रिंग च, ग्रैंड पेरेंट्स तो चाइल्ड्स दे जो ग्रैंड चाइल्ड्स है उन्हां दे विच होर ज़्यादा फर्क होएगा। सो जिहड़ा हौली चेंजेस आते हैं दैट लीड्स टू द एवोल्यूशन। सो इसी तरह ही बच्चों साडे कोल जो ह्यूमन स्पीशीज़ है उन्हां दी एवोल्यूशन भी इसी तरह हुई। सो स्टार्टिंग फ्रॉम द हैरिडिटी। सो बेसिकली बच्चों जो हैरिडिटी है उसकी की एग्जाम्पल आती है साडे कोल, डेफिनेशन है हैरिडिटी इज द ट्रांसमिशन ऑफ करैक्टर्स। हैरिडिटी वर्ड जिथे भी तुसी अगर सुनो या पढ़ो उदा सब तो पहला जिहड़ी तुहाडी माइंड आनी चाहिए की गल आनी चाहिए है ट्रांसमिशन ऑफ करैक्टर ट्रांसमिट हो रहे, करैक्टर जा रहे हैं। हुण इत्थे करैक्टर वर्ड असी किहदे लिए एग्जाम्पल लै रहे हैं, लाइक आई कलर वन करैक्टर, हाइट अनदर करैक्टर, हेयर कलर एक होर करैक्टर। सो बॉडी फीचर्स कह सकते हो या बॉडी के करैक्टर्स कह सकते हो, चाहे इंटरनली है चाहे एक्सटर्नली है। सो जेड़े साडे कोल करैक्टर्स ने उन्हां लई आपां एक ब्रॉड टर्म यूज़ करते हाँ जेनेटिक्स दे विच या हैरिडिटी तो रिलेटेड ट्रेट्स। सो बच्चों ट्रांसमिशन ऑफ द करैक्टर्स फ्रॉम द पेरेंट्स टू देयर ऑफस्प्रिंग, उसनूं असीं किद्दां डिफाइन करते हैं, दैट इज कॉल्ड एज हैरिडिटी। सो हैरिडिटी का बच्चों मेन रोल की है,
it is maintaining the continuity of the features. It helps to maintain the continuity of features. जिन्ने भी features है उन्होंने continue रखती है from one generation to another generation. And ਜਿਹੜਾ ਵੀ zygote develop ਹੁੰਦਾ है after fertilization, ਜਿੱਦਾਂ कि बच्चों ਆਪਾਂ sexual reproduction ਚ ਪੜਿਆ ਸੀ। Sexual reproduction ਚ ਆਪਾਂ ਕੀ ਪੜਿਆ ਸੀ? One is the male parent and one is the female parent. Both will produce their own DNA. ਉਹਨਾਂ DNA ਦੇ ਵਿੱਚ ਪਹਿਲਾਂ mitosis ਹੋਏਗੀ, doubling ਹੋਏਗੀ। Mitosis ਤੋਂ ਬਾਅਦ meiosis ਪੜ੍ਹੀ ਸੀ ਆਪਾਂ ਕਿ meiosis ਹੋਏਗੀ, ਉਹਨਾਂ ਦੇ chromosomes ਦਾ ਨੰਬਰ ਕੀ ਹੋ ਜਾਏਗਾ? Half ਹੋ ਜਾਏਗਾ। After half, next will be the fusion of ਜੋ ਸਾਡੇ ਕੋਲ both the chromosomes. So ਜਦੋਂ ਬੱਚਾ ਸਾਡੇ ਕੋਲ fusion ਹੋਏਗੀ ਤਾਂ that will leads to the development of zygote. ਤਾਂ ਕਿਹਦੀ ਫਾਰਮੇਸ਼ਨ ਹੋ ਜਾਏਗੀ? ਜ਼ਾਈਗੋਟ ਦੀ। ਸੋ ਜ਼ਾਈਗੋਟ ਬੇਸਿਕਲੀ ਕੀ ਹੈ ਬੱਚਿਓ? ਜ਼ਾਈਗੋਟ ਤਾਂ ਆਪਾਂ ਪੜਿਆ ਸੀ ਪੋਸਟ ਫਰਟੀਲਾਈਜੇਸ਼ਨ ਇਵੈਂਟਸ 'ਚ ਕਿ ਜ਼ਾਈਗੋਟ ਹੀ ਡਿਵੈਲਪ ਹੁੰਦੇ ਨੇ ਬਾਈ ਦ ਸੈਲੂਲਰ ਡਿਵੀਜ਼ਨ ਇਨਟੂ ਐਮਬ੍ਰੀਓ। ਸੋ ਬੱਚਿਓ ਐਮਬ੍ਰੀਓ ਦੇ ਵਿੱਚ ਜਦੋਂ ਡਿਵੈਲਪ ਹੋ ਗਿਆ ਦੈਟ ਵਿਲ ਲੇਟਰ ਔਨ ਡਿਵੈਲਪ ਇਨਟੂ ਅ ਫਿਊਚਰ ਬੇਬੀ। ਸੋ ਬੇਸਿਕਲੀ ਅਗਰ ਅਸੀਂ ਗੱਲ ਕਰੀਏ ਤਾਂ ਆਫਸਪ੍ਰਿੰਗ ਦੇ ਵਿੱਚ ਬੱਚਿਓ ਕੀ ਆ ਰਹੇ ਨੇ? ਉਹੀ ਕਰੈਕਟਰਸ ਆ ਰਹੇ ਨੇ ਜੋ ਪੇਰੈਂਟਸ ਇਨਹੈਰਿਟ ਕਰ ਰਹੇ ਨੇ। ਸੋ ਇਹਦੀ ਆਪਾਂ ਇੱਕ ਐਗਜ਼ਾਮਪਲ ਨਾਲ ਬੈਟਰ ਅੰਡਰਸਟੈਂਡ ਕਰਦੇ ਹਾਂ। ਲਾਈਕ ਹੁਣੇ ਆਪਾਂ ਗੱਲ ਕਰ ਰਹੇ ਸੀਗੇ ਗ੍ਰੈਂਡ ਪੇਰੈਂਟਸ ਤੋਂ ਗ੍ਰੈਂਡ ਚਾਈਲਡਸ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਹੈ। ਸੋ ਉਹਨੂੰ ਕਿਸ ਤਰ੍ਹਾਂ ਹੈ? ਲਾਈਕ ਇੱਕ ਗ੍ਰੈਂਡ ਮਦਰ ਐਂਡ ਗ੍ਰੈਂਡ ਫਾਦਰ, ਦੋ ਐਗਜ਼ਾਮਪਲਸ ਲਿੱਤੀ ਹੈ। ਦੋਨਾਂ ਨੂੰ ਕਲਰਸ ਨੂੰ ਡੀਮਾਰਕੇਟ ਕਰਨ ਲਈ ਈਜ਼ੀ ਹੈ। ਲਾਈਕ ਵਨ ਇਜ਼ ਪਿੰਕ ਔਫ ਵਨ ਇਜ਼ ਬਲੂ। ਹੁਣ ਜੋ ਨੈਕਸਟ ਜਨਰੇਸ਼ਨ ਆਏਗੀ ਉਹਨਾਂ ਦਾ ਜੋ ਸਨ ਹੈ ਦੈਟ ਨੇਮਡ ਐਜ਼ ਦ ਜੌਨ। ਉਹਨਾਂ ਦੇ ਜੋ ਸਨ ਦਾ ਨਾਮ ਕੀ ਹੈ? ਜੌਨ। ਹੁਣ ਜੌਨ ਦੇ ਵਿੱਚ ਕੀ ਹੈ? ਇੱਕ ਕ੍ਰੋਮੋਸੋਮ ਆਏਗਾ ਫਰੋਮ ਦ ਮਦਰ and ਇੱਕ chromosome ਆਏਗਾ from the father. So John ਦੇ ਵਿੱਚ ਜਿੰਨੇ ਵੀ characters ਹੈ half from the mother and half ਉਹਦੇ characters match ਕਰਦੇ with the father. Now John get married with the wife. ਉਹਦੀ ਜੋ John ਦੀ wife ਆਈ ਉਹਨਾਂ ਦਾ DNA different type ਦਾ ਜੋ ਉਹਨਾਂ ਦੇ parents ਤੋਂ ਉਹਨਾਂ ਨੂੰ ਮਿਲਿਆ। So next ਕੀ ਹੈ? ਹੁਣ John ਦੇ ਜੋ child ਹੋਣਗੇ ਉਹਨਾਂ ਦੇ ਵਿੱਚ again one character from the father and one character from the mother. ਸੋ ਬੱਚੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲਾਈਕ ਜਿਹੜਾ ਸਾਡੇ ਕੋਲ ਕਰੈਕਟਰ ਫਾਦਰ ਤੋਂ ਆਇਆ ਹੈ ਉਹਦੇ ਵਿੱਚ ਆਲਰੇਡੀ ਹੀ ਕਿੱਥੋਂ ਆਇਆ? ਉਹ ਗ੍ਰੈਂਡ ਪੇਰੈਂਟਸ ਤੋਂ। ਗ੍ਰੈਂਡ ਪੇਰੈਂਟਸ ਤੋਂ ਜੋ ਜੌਨ ਕੋਲ ਆਇਆ ਹੈ, ਜੌਨ ਤੋਂ ਆਲਰੇਡੀ ਜੋ ਗ੍ਰੈਂਡ ਚਿਲਡਰਨ ਕੋਲ ਆਇਆ ਹੈ that get reduced to 1 to half and half to 1/4. 25% ਕਰੈਕਟਰ ਰਹਿ ਗਏ। ਸੋ 25% ਕਰੈਕਟਰ ਰਹਿ ਗਏ ਤਾਂ ਇਹਦਾ ਮਤਲਬ ਇਹ ਨਹੀਂ ਕਿ ਬੱਚੋ 75% ਲੂਜ਼ ਆਊਟ ਹੋ ਗਏ। 75% ਨਿਊ ਕਰੈਕਟਰਸ ਆ ਗਏ। ਸਿਮਿਲਰਲੀ ਅਗਰ ਆਪਾਂ ਗੱਲ ਕਰੀਏ ਗ੍ਰੈਂਡ ਫਾਦਰ ਦੇ ਨਾਲ 50% ਕਰੈਕਟਰਸ ਇੱਥੇ ਰਿਡਿਊਸ ਹੋ ਗਏ ਐਂਡ 25% ਨੀਚੇ ਤੱਕ ਰਹਿ ਗਏ। ਸੋ ਸੈਕਿੰਡ ਜਨਰੇਸ਼ਨ ਤੱਕ ਲਾਈਕ ਇਹ ਫਸਟ ਜਨਰੇਸ਼ਨ ਹੈ ਔਰ ਦੂਸਰੀ ਜਨਰੇਸ਼ਨ ਤੱਕ ਹੀ ਕਰੈਕਟਰਸ ਕਿੰਨੇ ਰਹਿ ਜਾਂਦੇ ਹੈ? ਓਨਲੀ 25% ਐਜ਼ ਕੰਪੇਅਰ ਟੂ देयर ਗ੍ਰੈਂਡ ਮਦਰ ਜਾਂ ਗ੍ਰੈਂਡ ਪੇਰੈਂਟਸ। ਸੋ ਅਗਰ ਆਪਾਂ ਅੱਗੇ ਤੋਂ ਅੱਗੇ ਜਨਰੇਸ਼ਨਸ 'ਚ ਗੱਲ ਕਰੀਏ ਤਾਂ ਬੱਚਿਓ ਅਗਰ ਆਪਾਂ ਮੈਂ ਥਰਡ ਜਨਰੇਸ਼ਨ ਦੀ ਗੱਲ ਕਰਾਂ ਤਾਂ ਗ੍ਰੈਂਡ ਪੇਰੈਂਟਸ ਦਾ ਕਰੈਕਟਰ ਕਿੰਨਾ ਰਹਿ ਜਾਏਗਾ? ਦੈਟ ਵਿਲ ਬੀ 12.5। 25% ਦਾ ਵੀ ਹਾਫ ਹੋ ਜਾਏਗਾ। ਸੋ ਇਸ ਤਰ੍ਹਾਂ ਬੱਚਿਓ ਜੋ DNA ਚੇਂਜ ਹੁੰਦਾ ਰਹਿੰਦਾ ਦੈਟ ਲੀਡਸ ਟੂ ਦ ਵੇਰੀਏਸ਼ਨਸ। ਇਸ ਕਰਕੇ ਅੰਤਰ ਪੈਦਾ ਹੁੰਦੇ ਹੈ ਔਰ ਉਹਨਾਂ ਅੰਤਰ ਕਰਕੇ ਕੀ ਹੈ ਜੋ ਅਰਲੀ ਮੈਨ ਤੋਂ ਮਾਡਰਨ ਮੈਨ ਬਣਿਆ। ਸੋ ਐਕਚੁਅਲ ਦੇ ਵਿੱਚੋਂ ਅਰਲੀ ਮੈਨ ਤੋਂ ਮਾਡਰਨ ਮੈਨ ਦੀ ਜੋ ਐਵੋਲਿਊਸ਼ਨ ਹੈ ਉਹ ਕਿਸ ਤਰ੍ਹਾਂ ਹੋਈ ਹੈ? ਵਿਦ ਦ DNA. So heredity at the most basic level involves the inheritance of traits. So basically बच्चों जो heredity है वो किस तरह related है कि कोई भी जेडे traits ने characters ने उन्हां नाल deal करती है। Next comes the variation. Heredity I think हम थानू clear हो गया होना। Heredity बच्चों की होया? Transmission of character from the parents to offspring. Transmission of character word एक अलग याद रखना है। मतलब ਜਿਹਦੇ ਵਿੱਚ ਕਰੈਕਟਰ ਕੀ ਹੈ? ਟ੍ਰਾਂਸਫਰ ਹੋ ਰਹੇ। ਕਿੱਥੋਂ ਟ੍ਰਾਂਸਫਰ ਹੋ ਰਹੇ? ਪੇਰੈਂਟਸ ਤੋਂ ਆਫਸਪ੍ਰਿੰਗ 'ਚ ਅਗਲੀ ਜਨਰੇਸ਼ਨ ਦੇ ਵਿੱਚ ਜਿਹੜੇ ਕਰੈਕਟਰ ਬੱਚਿਓ ਟ੍ਰਾਂਸਫਰ ਹੋ ਰਹੇ ਹੈ ਉਹ ਸਾਡੇ ਕੋਲ ਡਿਫਰੈਂਸਿਸ ਕਿੱਦਾਂ ਰਹਿ ਕੇ ਆ ਰਹੇ ਨੇ? that is called as variation. So variation ਦੀ definition ਕੀ ਹੋਈ ਬੱਚਿਓ? the differences in the characters ਦੇ ਵਿੱਚ ਆਪਸ 'ਚ ਕੀ ਅੰਤਰ ਹੈ among the individuals of a species. ਅਗਰ ਅਸੀਂ ਗੱਲ ਕਰੀਏ ਤਾਂ ਇੱਕੋ ਫੈਮਿਲੀ ਦੇ ਬ੍ਰਦਰ ਸਿਸਟਰ ਜਾਂ ਬ੍ਰਦਰਸ ਜਾਂ ਸਿਸਟਰਸ ਦੇ ਵਿੱਚ ਕੀ ਹੈ ਉਹਨਾਂ 'ਚ ਵੀ ਸੇਮ ਉਹਨਾਂ ਦੇ ਫੀਚਰਸ ਨਹੀਂ ਹੁੰਦੇ। ਰੀਜ਼ਨ ਕੀ ਹੈ? ਕਿਉਂਕਿ ਉਹਨਾਂ ਦਾ ਜੋ DNA ਆ ਰਿਹਾ ਹੈ ਫਰੋਮ देयर ਪੇਰੈਂਟਸ ਉਹ ਸਾਡੇ ਕੋਲ ਡਿਫਰੈਂਟ ਕੰਬੀਨੇਸ਼ਨਸ 'ਚ ਆ ਰਿਹਾ। ਅਗਰ ਉਹ ਡਿਫਰੈਂਟ ਕੰਬੀਨੇਸ਼ਨਸ 'ਚ ਆ ਰਿਹਾ ਤਾਂ ਉਸੇ ਤਰ੍ਹਾਂ ਦੀ ਕੀ ਹੈ ਐਕਸਪ੍ਰੈਸ਼ਨ ਹੋ ਰਹੇ ਨੇ।
सो अगर तुसी कंपेयर करना हो तो तुसी अपने सिबलिंग्स नाल अपने ब्रदर सिस्टर्स नाल कंपेयर करके देख सकते हो कि हर एक दी नोज शेप, फेस शेप, हेयर कलर, हेयर शेप डिफरेंट डिफरेंट होंगी है। सो हर एक दी जो साडे कोल करैक्टर्स डिफरेंट आ रहे दैट इज ड्यू टू द बच्चों वेरिएशन। सो वेरिएशन मेनली किस किस करके होंदी है बच्चों? ड्यूरिंग रिप्रोडक्शन बिकॉज ऑफ डीएनए कॉपिंग। ਜਦੋਂ ਡੀਐਨਏ ਦੀ ਕਾਪਿੰਗ ਹੁੰਦੀ, ਕਿਉਂਕਿ ਜਦੋਂ ਅਸੀਂ ਕਹਿੰਦੇ ਆ ਕਿ ਸੈਕਸ਼ੂਅਲ ਰਿਪਰੋਡਕਸ਼ਨ ਹੋ ਰਹੀ ਹੈ ਉਹਦੇ ਵਿੱਚ ਕੀ ਡੀਐਨਏ ਪਹਿਲਾਂ ਡਬਲ ਹੋਏਗਾ, ਜੋ ਕਿ ਅਸੀਂ ਲੈਕਚਰ ਦੇ ਸਟਾਰਟਿੰਗ 'ਚ ਪੜ੍ਹਿਆ। ਚੈਪਟਰ ਦੇ ਸਟਾਰਟਿੰਗ 'ਚ ਆਪਾਂ ਇਹ ਕਹਿੰਦੇ ਸੀ ਕਿ ਡਬਲਿੰਗ ਦੇ ਨਾਲ ਕੀ ਹੁੰਦਾ, ਡਬਲਿੰਗ ਤੋਂ ਬਾਅਦ ਉਹ ਹਾਫ ਹੋ ਜਾਂਦਾ ਹੈ। ਸੋ ਬੱਚੋ ਡਬਲਿੰਗ ਵੇਲੇ ਸਾਡੇ ਕੋਲ ਕੀ ਹੈ, ਡੀਐਨਏ ਕਾਪੀ ਕਰਨ ਵੇਲੇ ਜਦੋਂ ਐਰਰ ਆ ਗਿਆ ਤਾਂ ਹਾਫ ਹੋਣ ਤੇ ਕੀ ਉਹ ਐਰਰ ਵਨ ਆਫ ਦ ਜਨਰੇਸ਼ਨ 'ਚ ਪਾਸ ਹੋ ਸਕਦਾ, ਵਨ ਆਫ ਦ ਡਾਟਰ ਸੈਲ 'ਚ ਐਜ਼ ਅ ਰਿਜ਼ਲਟ ਆਫ ਸੈਕਸ਼ੂਅਲ ਰਿਪਰੋਡਕਸ਼ਨ। सो यही बच्चों जोड़े एरर्स आते हैं दे कंट्रीब्यूट्स टू द एवोल्यूशन। सो बच्चों थाड़े लिए होमवर्क भी है कि तुसी इस तो रिलेटेड क्वेश्चन लिख के रखना है कि हाउ कैन द वेरिएशंस कंट्रीब्यूट टू एवोल्यूशन। वेरिएशन एवोल्यूशन को किद्दां कंट्रीब्यूट करती है। आई थिंक तुहानू ये टॉपिक हुण समझ आ रहा होएगा, तो इस तो रिलेटेड तुसी इहदा एक आंसर जरूर लिख के रखना है जो कि आपां डिस्कस करांगे। सो बच्चों ये है साडे कोल एक पिक्चर लाइक ਇਹਦੇ ਵਿੱਚ ਇੱਕ ਫੈਮਿਲੀ ਪਿਕਚਰ ਹੈ, one is the father and one is the mother। so ਜੋ ਉਹਨਾਂ ਦੇ ਆਫਸਪ੍ਰਿੰਗਸ ਨੇ, ਆਫਸਪ੍ਰਿੰਗਸ one is the son and one is daughter, ਇੱਕ ਬੇਟਾ ਔਰ ਇੱਕ ਬੇਟੀ ਹੈ। ਅਗਰ ਆਪਾਂ ਇਹਨਾਂ ਦੋਨਾਂ ਦੇ ਫੀਚਰਸ ਵੀ ਕੰਪੇਅਰ ਕਰੀਏ, ਸੋ ਇਹਨਾਂ ਦੋਨਾਂ ਦੇ ਫੀਚਰਸ ਵੀ ਬੱਚਿਓ ਐਗਜ਼ੈਕਟਲੀ ਲਾਈਕ ਦ ਪੇਰੈਂਟਸ ਨਹੀਂ ਹੈ। ਕਿਉਂ? ਦੇ ਆਰ ਦ ਕੰਬੀਨੇਸ਼ਨਸ ਆਫ देयर पेरेंट्स। ਸੋ ਇਹਦੇ ਵਿੱਚ ਕੁਝ ਕਰੈਕਟਰਸ पेरेंट्स जो गर्ल ਦੇ ਹੈ ਉਹ ਫਾਦਰ ਨਾਲ ਮੈਚ ਹੋਣਗੇ, कुछ करैक्टर्स ਉਹਦੇ मैच होंगे विद द मदर। सिमिलरली जो बॉय है ਉਹਦੇ कुछ करैक्टर्स मदर नाल मैच होंगे एंड कुछ करैक्टर ਸਾਡੇ ਕੋਲ ਕੀ ਹੈ फादर नाल मैच होंगे। लाइक ਅਸੀਂ देख रहे ਹਾਂ कि ਸਾਡੇ ਕੋਲ जो नोज शेप है ਉਹ मैच कर रही है विद द मदर एंड सिमिलरली जो चिन शेप है ਉਹ मैच कर रही है विद द फादर। सो इस तरह बच्चों जो ਸਾਡੇ ਕੋਲ कोई भी फैमिली है ਉਹਦੇ ਵਿੱਚ सिबलिंग्स ने ਉਹਨਾਂ ਦੇ करैक्टर्स हमेशा इंटरमिक्सड होंगे है और हाफ ऑफ द करैक्टर्स कैरी करते हैं फादर टाइप एंड हाफ ऑफ द करैक्टर्स कैरी करते हैं लाइक मदर। व्हाट इज द कॉज ऑफ वेरिएशन? असीं ये तो पढ़ लिया बच्चों कि वेरिएशन लीड्स टू एवोल्यूशन। नाउ वेरिएशन का कॉज की है, क्यों होती है वेरिएशन? सब तो पहला डिफरेंट कॉम्बीनेशंस ऑफ जेनेटिक मटीरियल, क्योंकि मिक्सिंग हो रही है, कुछ करैक्टर्स पेरेंट्स तो आ रहे हैं फादर मदर तो, सो डिफरेंट डिफरेंट कॉम्बीनेशंस बन रहे हैं। सैकेंड कुछ जीन म्यूटेशनस होंदी है, जीन्स दे विच चेंज आ जाता है, जिद्दां कि असीं बच्चों कॉपिंग एरर पढ़िया सी। सो कॉपिंग एरर दे केस च बच्चों की है साडे कोल कि जिहड़ा भी जीन दे विच चेंज आ रहा है उस दे करके की हो रहा है साडे कोल न्यू करैक्टर इंट्रोड्यूस हो रहा है एंड इंटरैक्शन ऑफ द जीन्स विद एनवायरमेंटल चेंजेस। और कुछ साडे कोल डीएनए दा इदां दा परसेंट है जो कि साडे कोल अडैप्ट होंदा है। लाइक अगर असी गल करिए बच्चों कि साडा जो डीएनए है ये थोड़े लिए एक न्यू कंसैप्ट भी हो सकता है कई बच्चों लिए, इनू ध्यान नाल सुनना कि जो भी साडा डीएनए असी कहने कि उहदे विच कुछ करैक्टर्स ऐड ऑन हो रहे हैं, उहदे विच कुछ करैक्टर्स ऐड ऑन हो रहे हैं जो कि ड्यूरिंग लाइफ टाइम होंदे हैं। सो बच्चों दो तरह के करैक्टर्स होंदे ने एक्चुअल दे विच जो कि वेरिएशनस लैके आउंदे ने, एक हुंदे इनहेरिटेड, एक हुंदे एक्वायर्ड करैक्टर्स। इनहेरिटेड मीनस वो करैक्टर्स जो कि थानू कित्थों मिले थोड़े पेरेंट्स तो, एंड एक्वायर्ड करैक्टर्स किहड़े होए जिहड़े थानू थोड़ी लाइफ टाइम दे विच करैक्टर्स मिले। लाइक पेरेंट्स स्लिम ने, सो पेरेंट्स की बॉडी की है वो ज़्यादा मोटे नहीं है, सो उन्होंने अगली जनरेशन भी की होएगी, उसकी प्रोबेबिलिटी होएगी जो उन्होंने अगली जनरेशन है वो भी की होएगी लीन होएगी। लीन मतलब उन्होंने भी बॉडी की होएगी थिन होएगी, वो भी बच्चे स्लिम होंगे। बट ड्यू टू एक्वायर्ड या असी कह दिए ड्यू टू देयर लाइफ स्टाइल, उन्होंने लाइफ स्टाइल इदा की होएगी कि वो जंक फूड ज़्यादा खा रहे हो या उन्होंने जो स्लीपिंग टाइमिंग्स प्रॉपर ना हो, उन्होंने जो शेड्यूल प्रॉपर ना हो, जिस करके की हो जाएंगे दे विल लीड टू द ओबेसिटी, जिस करके बच्चे वो की हो जाएंगे मोटे हो जाएंगे। सो ये जोड़ा करैक्टर है एक्चुअल दे विच जिहड़ा उन्हां च बच्चों डीएनए आया है वो किस फॉर्म तो आया है, एक्चुअल वो डीएनए आया है स्लिम वाला फ्रॉम द पेरेंट्स, बट विद द जो साडे कोल कह दिए ड्यूरिंग एनवायरमेंटल फैक्टर्स, एनवायरमेंट दे विच उन्हां दा लाइफ स्टाइल आ गया। सो लाइफ स्टाइल की आ गया उन्हां दा, जिस करके की है उन्हां दी बॉडी दे विच फैट डिपॉजिट होना स्टार्ट हो गया। सो बच्चों कुछ करैक्टर साडे कोल किस बेसिस पे हुंदे हैं ड्यू टू एनवायरमेंटल फैक्टर्स। सो
सो नैक्सट आ गया इंपॉर्टेंस ऑफ वेरीएशंस। वेरीएशंस की की इंपॉर्टेंस है, इट फॉर्म्स द बेसिस ऑफ हैरिडिटी। हैरिडिटी दी बेसिस बनाता है, बेस है हैरिडिटी का। इट कॉजेज अडेप्टेशंस ड्यू टू विच ऑर्गेनिज्म कैन ईजीली एडजस्ट। एक ही करता है, अडेप्टेशन क्रिएट करता है, क्योंकि जिदा जिदा लाइफ स्टाइल चेंज हो रहा है, अगर असी कहिए कि अज तो 50 ईयर्स या 100 ईयर्स बैक अगर यही वाली जनरेशन पिछ 100 ईयर्स बैक होएगी तो उन्होंने जो लाइफ स्टाइल होएगा वो डिफरेंट होएगा। हुण जो अगली जनरेशन आ रही है नैक्सट 100 ईयर्स अगर असी कहिए 100 साल बाद किद्दां दी जनरेशन होएगी, उस दे विच सानू अडैप्ट होना थोड़ा मुश्किल हो जाएगा। सो जो न्यू जनरेशनस क्रिएट होंदियां ने उन्हां विच ऑलरेडी ही की हुंदी है अडैप्टेशन, और ये अडैप्टेशन किस करके आती है, विद द चेंज इन एनवायरनमेंट, जिद्दां दा आस पास का वातावरण चेंज होता है। एंड थर्ड वन इज द एक्यूमुलेशन ऑफ वेरीएशंस, कि जिन्नियां वेरीएशन कट्ठियां होंदियां रहन, लाइक एक जनरेशन एक वेरीएशन आई, दूसरी जनरेशन दूसरी आई, थर्ड जनरेशन एक होर वेरीएशन ऐड होन होगी। इस तरह गल करते हो बच्चे, अगर असी 100th जनरेशन तक गल करिए तो 100 न्यू वेरीएशंस होणियां। दैन 100 न्यू वेरीएशंस मीनस अ परसन दे विच एंटायरली डिफरेंट करैक्टर है उसके एंसेस्टर्स नालों। सो इस तरह ही बच्चों एवोल्यूशन होंदा है। सो वेरीएशंस तो जनरली साडे माइंड दे विच इक्को ही गल आती है कि वेरीएशंस आर ऑलवेज इन द सैक्चुअल रिप्रोडक्शन। जिद्दां कि असी डिस्कस भी कर रहे हैं कि वेरीएशंस दे विच की है, एक्चुअल दे विच कॉम्बीनेशंस करके हुंदा है फ्रॉम हाफ ऑफ द बोथ ऑफ द पेरेंट्स, बट इन एक्चुअल एसेक्चुअल रिप्रोडक्शन दे विच भी बच्चों कुछ वेरीएशंस होंदियां ने। उन्हां दे विच जो कुछ वेरीएशंस होंदियां ने बहुत माइनर होंदियां, लिटल वेरीएशंस होंदियां ने, बट उन्हां वेरीएशंस दे विच एक्चुअल च अगर असी कंपेयर करिए तो सैक्चुअल रिप्रोडक्शन नालों बहुत ज़्यादा लो है। इस करके असी उन्होंने की कंसीडर कर लेने कि ए सैक्चुअल रिप्रोडक्शन एग्जैक्टली लाइक देयर क्लोन्स होंदा है। बट थोड़े नॉलेज दे लिए थानू दसा कि ए सैक्चुअल रिप्रोडक्शन दे विच भी की है वेरीएशंस होंदियां ने। सो नैक्सट बच्चे आप डिस्कस करते हाँ डिफरेंस बिटवीन द हैरिडिटी एंड वेरीएशन। सो हुण आप दोनों बारे पढ़ चुके हैं, हैरिडिटी बारे भी एंड वेरीएशन बारे भी। सो हैरिडिटी मीनस द ट्रांसमिशन ऑफ करैक्टर्स एंड देयर रिजेंबलेंस, मिलते जुलते होंगे है, एज वैल एज द डिफरेंसिस, अपने पेरेंट्स नाल उन्हां दे जिहड़े करैक्टर्स मिलते हैं प्लस जिन्हां नालों ओह अलग ने फ्रॉम द पेरेंट्स टू ऑफस्प्रिंग। सो हैरिडिटी दोनों तरह दी चीज़ां बच्चों ट्रांसफर करता है, सिमिलैरिटी भी ते डिफरेंसिस भी, जिहड़े करैक्टर सिमिलर ने वो भी ते जिहड़े अलग ने वो भी। वेरीएशन सिर्फ और सिर्फ किन्हां नूं रिप्रजेंट करता है, ओनली द डिफरेंसिस अमंग द इंडिविजुअल्स दे विच अंतर की है आपस दे विच अमंग अ स्पीशीज। हैरिडिटी इज नॉट रिस्पॉन्सिबल फॉर द डायवर्सिटी, ये डायवर्सिटी लिए तो रिस्पॉन्सिबल है ही नहीं, क्योंकि ये सिर्फ और सिर्फ आप किहदी गल कर रहे हैं, करैक्टर्स दे ट्रांसमिट होने की। सो बेसिकली डायवर्सिटी लिए कौन रिस्पॉन्सिबल होया, वेरीएशंस। उस तो बाद इट हैज़ नो इन्फ्लुएंस ऑन एवोल्यूशन, हैरिडिटी का एवोल्यूशन के उपर क्यों इन्फ्लुएंस नहीं होएगा, क्योंकि ये डायवर्सिटी नूं लीड नहीं कर रहा। सो यह एवोल्यूशन भी करेगा। डिफरेंसिस होए बच्चों, डिफरेंसिस करके डायवर्सिटी हो गई, डायवर्सिटी करके हौली हौली करैक्टर्स मिक्स होंदे रहे, पॉपुलेशन की है बदलन लग गई। सो फ्लैट फीट वर्सेस आर्क्स, हुण इत्थे बच्चों एक एग्जाम्पल है, लाइक फ्लैट फीट कईयां दे जो पैर होंदे थल्लों की होंदे बिल्कुल फ्लैट होंदे, और कईयां दे आर्क्ड होंदे। उस तो इलावा अटैच्ड वर्सेस फ्री ईयर लोब्स, कईयां दे ईयर लोब्स जो होंदे वो अटैच्ड होंदे, कईयां दे फ्री होंदे। सो ये जो करैक्टर्स है ये किहदे विच आंदे, हैरिडिटी च। वेरीएशंस किन्हां च होंदियां, लाइक आई कलर, स्किन कलर, हेयर कलर, डिंपल्स, इन्हां दे विच बच्चों साडे कोल की आ गई, वेरीएशंस। सो नैक्सट आपां हुण डिस्कस करते हाँ रिलेटेड टू आर चैप्टर, जिहड़ा अज दा आपां लैक्चर स्टडी कीता, अपना कुछ क्वेश्चनस डिस्कस करते हैं बच्चों, जो कि थानू थोड़ा बेटर अंडरस्टैंड करन च हेल्प करनगे कि किस तरह साडे कोल हैरिडिटी एंड एवोल्यूशन तो रिलेटेड तुहाडा की कंसैप्ट है, किस तरह के क्वेश्चनस आ सकते हैं। सो बच्चों फर्स्ट क्वेश्चन है साडे कोल, डिफाइन वेरिएशन इन रिलेशन टू अ स्पीशीज, कि वेरिएशन को डिफाइन करना है विद रिस्पेक्ट टू स्पीशीज, वेरिएशन ते स्पीशीज दा रिलेशन दसना है। सो वेरिएशन बेसिकली बच्चों की है साडे कोल, दैट इज द डिफरेंसिस अमंग द इंडिविजुअल्स। ये आप इस चैप्टर दे विच पढ़ चुके हैं। साडे कोल किस तो रिलेटेड है कि किहड़े भी साडे कोल इंडिविजुअल्स ने उन्हां दे विच आपस च की अंतर है। सो व्हाई इज वेरिएशन बेनिफिशियल टू द स्पीशीज। उस तो इलावा बच्चों एक होर क्वेश्चन इहदे विच की है कि वेरिएशन क्यों बेनिफिशियल है स्पीशीज तो रिलेटेड। सो बच्चों ये आपां हुणे पढ़ ही चुके हैं
कि वेरिएशन क्यों बेनिफिशियल है, क्यों फायदा दिंदी है अमंग द स्पीशीज? बिकॉज दे इनेबल द ऑर्गेनिजम्स टू अडेप्ट देमसेल्व्स। वो ऑर्गेनिजम्स ਨੂੰ ਕੀ ਹੈਲਪ ਕਰਦੇ ਨੇ ਕਿ ਜਿੱਦਾਂ ਦਾ ਵੀ এনवायरमेंट ਹੈ ਉਸ এনवायरमेंट ਦੇ ਵਿੱਚ ਉਹ ऑर्गेनिज्म ਅਡੈਪਟ ਕਰ ਜੇ, ਉਸ ਅਕੋਰਡਿੰਗ ਢਲ ਜਾਏ। ਸੋ ਅਡੈਪਟੇਸ਼ਨ ਕਰਨ ਦੇ ਵਿੱਚ ਜੋ ਅਡੈਪਟ ਕਰਨ ਦੇ ਵਿੱਚ ਹੈਲਪ ਕਰਦੀ ਹੈ। ਸੈਕਿੰਡ, ਵੇਰੀਏਸ਼ਨ ਸਾਡੇ ਕੋਲ ਫਾਰਮਸ ਦ ਬੇਸਿਸ ਆਫ ਹੈਰੀਡਿਟੀ। ਵੇਰੀਏਸ਼ਨ ਕਰਕੇ ਹੀ ਹੈਰੀਡਿਟੀ ਮਤਲਬ ਨਿਊ ਕਰੈਕਟਰਸ ਅੱਗੇ ਤੋਂ ਅੱਗੇ ਪਾਸ ਔਨ ਹੋਣਗੇ ਐਂਡ ਜਿਹੜੇ ਨਿਊ ਕਰੈਕਟਰਸ ਪਾਸ ਔਨ ਹੋਣਗੇ ਬੱਚਿਓ ਦੈਟ ਵਿਲ ਫਾਰਮਸ ਦ ਨਿਊ ਸਪੀਸ਼ੀਜ਼। ਜਿੱਦਾਂ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਵੇਰੀਏਸ਼ਨ ਟ੍ਰਾਂਸਮਿਟ ਹੋਣਗੀ ਉਹਦੇ ਕਰਕੇ ਕੀ ਹੋਏਗਾ, ਨਿਊ ਸਪੀਸ਼ੀਜ਼ ਬਣ ਜਾਣਗੀਆਂ ਐਂਡ ਨਿਊ ਸਪੀਸ਼ੀਜ਼ ਵਿਲ ਲੀਡ ਟੂ ਦ ਫਾਰਮੇਸ਼ਨ ਆਫ ਨਿਊ ਕਰੈਕਟਰਸ। और न्यू करैक्टर्स बच्चों ਉਹਦੇ ਕਰਕੇ ਕੀ ਹੋਏਗਾ, ਨਿਊ ਸਪੀਸ਼ੀਜ਼ ਬਣ ਗਿਆ ਐਂਡ that will lead to evolution ਹੋगा। नेक्स्ट क्वेश्चन है बच्चों, distinguish between the acquired and inherited traits, giving one example of each। सो सब तो पहला क्वेश्चन ਇਹਦੇ ਵਿੱਚ ਬੱਚਿਓ ਕੀ ਪੁੱਛਿਆ ਗਿਆ ਹੈ ਕਿ डिस्टिंग्विश करना है। डिस्टिंग्विश मतलब अंतर दसना है, डिफरेंस दसना है। किन्हां दे विच डिफरेंस दसना है, acquired ते inherited traits ਦੇ ਵਿੱਚ। सो ट्रेड्स वर्ड्स ਤੁਹਾਨੂੰ ਪਤਾ ਲੱਗ ਗਿਆ ਹੁਣ ਕਰੈਕਟਰ, ਉਹਨਾਂ ਦੋਨਾਂ ਦੇ ਵਿੱਚ ਅੰਤਰ ਦੱਸਣਾ ਹੈ ਪਲੱਸ ਉਹਨਾਂ ਦੀ ਇੱਕ ਐਗਜ਼ਾਮਪਲ ਦੱਸਣੀ ਹੈ। ਐਂਡ ਵਾਈ ਆਰ ਟ੍ਰੇਡਸ ਐਕਵਾਇਰਡ ਡਿਊਰਿੰਗ ਦ ਲਾਈਫ ਟਾਈਮ ਆਫ ਐਨ ਇੰਡੀਵਿਜੂਅਲ ਨਾਟ ਇਨਹੈਰਿਟਡ, ਕਿ ਇਦਾਂ ਦੇ ਜਿਹੜੇ ਕਰੈਕਟਰਸ ਜਿਹੜੇ ਕਿ ਲਾਈਫ ਟਾਈਮ 'ਚ ਮਿਲਦੇ ਹੋ ਅਗਲੀ ਜਨਰੇਸ਼ਨ 'ਚ ਕਿਉਂ ਨਹੀਂ ਪਾਸ ਔਨ ਹੁੰਦੇ। ਸੋ ਬੱਚਿਓ ਪਹਿਲਾਂ ਆਪਾਂ ਪਹਿਲਾ ਪਾਰਟ ਜਿਹੜਾ ਹੈ ਉਹ ਸੋਲਵ ਆਊਟ ਕਰਦੇ ਹਾਂ ਕਿ ਐਕਵਾਇਰਡ ਤੇ ਇਨਹੈਰਿਟਡ ਟ੍ਰੇਡਸ ਦੇ ਵਿੱਚ ਕੀ ਫਰਕ ਹੈ। ਸੋ ਐਕਵਾਇਰਡ ਤੇ ਇਨਹੈਰਿਟਡ ਦੇ ਵਿੱਚ ਬੱਚਿਓ ਆਪਾਂ ਪੜ੍ਹ ਹੀ ਚੁੱਕੇ ਆ ਕਿ ਐਕਵਾਇਰਡ ਟ੍ਰੇਟਸ ਕਿਹੜੇ ਹੁੰਦੇ ਹੈ, ਜਿਹੜੇ ਟ੍ਰੇਟਸ ਜਿਹੜੇ ਕਰੈਕਟਰ ਸਾਡੇ ਕੋਲ ਕੀ ਹੈ ਕੋਈ ਵੀ ਇੰਡੀਵਿਜੂਅਲ ਜਾਂ ਪਰਸਨ ਐਕਵਾਇਰ ਕਰਦਾ ਹੈ ਉਹਦੀ ਲਾਈਫ ਟਾਈਮ ਵੇਲੇ। ਸੋ ਜਦੋਂ ਉਹਦੀ ਲਾਈਫ ਟਾਈਮ ਵੇਲੇ ਉਹ ਐਕਵਾਇਰ ਕਰ ਰਿਹਾ ਹੈ ਮੀਨਸ ਕਿ ਉਹ ਕਰੈਕਟਰ ਉਹਦੇ ਡੀਐਨਏ ਦੇ ਵਿੱਚ ਨਹੀਂ ਹੈ। ਅਗਰ ਡੀਐਨਏ ਦੇ ਵਿੱਚ ਥੋੜਾ ਬਹੁਤ ਅਗਰ ਚੇਂजेस ਆਉਂਦੇ ਤਾਂ ਉਹ ਵੇਰੀਏਸ਼ਨਸ ਹੋਣਗੀਆਂ। ਸੋ ਬੱਚੇ ਜਨਰਲੀ ਜਿਹੜੇ ਐਕਵਾਇਰਡ ਟ੍ਰੇਟਸ ਹੈ ਉਹ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਕੀ ਹੈ ਪਾਸ ਔਨ नहीं हो सकते। एंड अगर असी गल करिए बच्चों इनहैरिटेड दी तां इनहैरिटेड साडे कोल की है इदां दे करैक्टर्स जिहड़े कि पास हुंदे एक जनरेशन तो दूसरी जनरेशन। इनहैरिट वर्ड तो भी बच्चों तुसी याद रख सकते हो। सो आपां हुण इहनूं थोड़ा जिहा डेफिनेशन फॉर्म च पढ़दे हां, तुसी पेपर च या टेस्ट च किदां अटैम्प्ट कर सकते हो। एक्वायर्ड ट्रेट, एक्वायर्ड ट्रेट इज अ पर्टिकुलर टाइप which developed during the lifetime of an individual। किसी भी इंडिविजुअल दी लाइफ टाइम वेले वो करैक्टर की है एक्वायर हो रहा है एंड दे आर नॉट जेनेटिकली कंट्रोल्ड। उन्हां दे विच जीन्स दा कोई रोल नहीं हुंदा। सो बच्चों जीन्स दा अगर रोल नहीं हुंदा मीनस कि अगली जनरेशन दे विच पास ऑन नहीं हो पा रहे। सो इहदी एग्जांपल है लाइक वेट लॉस ड्यू टू स्टारवेशन। जिद्दां मैं तुहानूं वेट गेन दी गल दसी उस तरह एक एग्जांपल है लाइक वेट लॉस ड्यू टू स्टारवेशन। इनहैरिटेड ट्रेट बच्चों किहड़े आ गए, इनहैरिटेड ट्रेट मीनस जो इनहैरिट किते हैं। इनहैरिट मीनस जो साडी हैरिडिटी के थ्रू साडी डीएनए दे विच आ चुके ने वो एक जनरेशन तो दूसरी जनरेशन पास हुंदे रहणगे। सो इनहैरिटेड ट्रेट्स बच्चों की होए द ट्रांसमिशन ऑफ करैक्टर फ्रॉम पेरेंट टू ऑफस्प्रिंग और एक ही है साडे कोल जेनेटिकली कंट्रोल्ड। फॉर एग्जांपल स्किन कलर। नेक्स्ट आ गया बच्चों कि व्हाई द एक्वायर्ड ट्रेट्स आर नॉट इनहैरिटेड। ਉਹ ਕਰੈਕਟਰਸ ਜਿਹੜੇ ਕਿ ਅਸੀਂ ਲਾਈਫ ਟਾਈਮ ਐਕਵਾਇਰ ਕੀਤੇ ਹੈ। ਜਿੱਦਾਂ ਅਸੀਂ ਗੱਲ ਕਰੀਏ ਕਿ ਕੋਈ ਸਾਇੰਟਿਸਟ ਹੈ ਤਾਂ ਸਾਇੰਟਿਸਟ ਕੀ ਹੈ ਉਹਦੇ ਜੋ ਉਹ ਵਾਲੇ ਕਰੈਕਟਰਸ ਨੇ ਉਹ ਅਗਲੀ ਜਨਰੇਸ਼ਨ 'ਚ ਪਾਸ ਔਨ ਕਿਉਂ ਨਹੀਂ ਹੁੰਦੇ। ਸੋ ਇਸ ਕਰਕੇ ਕਿਉਂਕਿ ਬੱਚੋਂ ਇਹਦਾ ਸਿੰਪਲ ਰੀਜ਼ਨ ਹੈ ਕਿ ਅਗਲੀ ਜਨਰੇਸ਼ਨ 'ਚ ਤਾਂ ਕਰਕੇ ਪਾਸ ਔਨ ਨਹੀਂ ਹੁੰਦੇ ਕਿਉਂਕਿ ਉਹ ਕਰੈਕਟਰਸ ਉਹਨਾਂ ਦੇ ਡੀਐਨਏ ਨੂੰ ਚੇਂਜ ਹੀ ਨਹੀਂ ਕਰ ਰਹੇ। ਹੁਣ ਅਗਰ ਅਸੀਂ ਇੱਕ ਗੱਲ ਕਰੀਏ ਕਿ ਕੋਈ ਪਰਸਨ ਹੈ ਉਹਨੂੰ ਬੁੱਕਸ ਪੜ੍ਹਨ ਦੀ ਬਹੁਤ ਆਦਤ ਹੈ ਜਾਂ ਬਹੁਤ ਉਹ ਮਿਊਜ਼ੀਸ਼ੀਅਨ ਹੈ, ਉਹ कोई इंस्ट्रूमेंट प्ले कर सकता है ਤਾਂ ਉਹਦੇ ਡੀਐਨਏ ਦੇ ਵਿੱਚੋਂ ਕਰੈਕਟਰ ਨਹੀਂ ਆਇਆ। ਉਹ ਕਰੈਕਟਰ ਉਹਨੇ ਕਿੱਥੋਂ ਲਰਨ ਕੀਤਾ ਹੈ, ਇਸ এনवायरमेंट ਤੋਂ। ਸੋ ਉਹ ਡੀਐਨਏ ਦੇ ਵਿੱਚ ਅਗਰ ਕਰੈਕਟਰ ਨਹੀਂ ਆਇਆ ਤਾਂ ਇਸ ਕਰਕੇ ਉਹ ਅਗਲੀ ਜਨਰੇਸ਼ਨ ਦੇ ਵਿੱਚ ਪਾਸ ਨਹੀਂ ਹੋ ਸਕਦਾ। ਸੋ ਇਹਦਾ ਆਨਸਰ ਬੱਚਿਓ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਕਿਸੇ ਵੀ ਇੰਡੀਵਿਜੂਅਲ ਦੀ ਲਾਈਫ ਟਾਈਮ ਦੇ ਵਿੱਚ ਜਿਹੜਾ ਕਰੈਕਟਰ ਹੈ ਉਹਦੇ ਡੀਐਨਏ ਨੂੰ ਨਹੀਂ ਚੇਂਜ ਕਰਦਾ, ਇਸ ਕਰਕੇ ਹੀ ਉਹ ਅਗਲੀ ਜਨਰੇਸ਼ਨ 'ਚ ਪਾਸ ਨਹੀਂ ਹੁੰਦਾ। ਸੋ ਆਪਾਂ ਇਹਨੂੰ ਪੜ੍ਹਦੇ ਹਾਂ ਆਨਸਰ ਨੂੰ। ਦ ਐਕਵਾਇਰਡ ਟ੍ਰੇਟਸ कैन नॉट चेंज द डीएनए। वो डीएनए ਨੂੰ ਚੇਂਜ ਨਹੀਂ ਕਰਦੇ ਸੋ ਦੇ ਕੈਨ ਨੋਟ ਦ ਐਕਵਾਇਰਡ ਟ੍ਰੇਟਸ ਕੈਨ ਨੋਟ ਬੀ ਇਨਹੈਰਿਟਡ। ਇਸ ਕਰਕੇ ਉਹ ਇਨਹੈਰਿਟ ਵੀ ਨਹੀਂ ਹੋ ਸਕਦੇ ਵਿਚ ਗੈਟ ਡਿਊਰਿੰਗ ਦ ਲਾਈਫ ਟਾਈਮ ਆਫ ਐਨ ਇੰਡੀਵਿਜੂਅਲ। ਨੈਕਸਟ ਆ ਗਿਆ ਬੱਚਿਓ ਦ ਹਿਊਮਨ ਬੀਇੰਗਸ ਹੂ ਲੁਕ ਸੋ डिफरेंट।
एक कंसैप्ट बेस्ड क्वेश्चन है, थोड़ा ध्यान नाल समझियो जिहड़े आपां डिस्कस कर रहे हैं इस चैप्टर दे विच, इस लेक्चर च। The human beings who look so different from each other in terms of color, size and looks, they are said to be belong to the same species. ਉਹ ਹਿਊਮਨ ਬੀਇੰਗਸ, ਉਹ ਸਾਡੇ ਕੋਲ ਹਿਊਮਨਸ ਜਿਨ੍ਹਾਂ ਦਾ ਆਪਸ 'ਚ ਡਿਫਰੈਂਟ ਹੈ। ਕੀ ਡਿਫਰੈਂਟ ਹੈ? ਕਲਰ। ਲਾਈਕ ਅਗਰ ਅਸੀਂ ਗੱਲ ਕਰੀਏ ਇੱਕ ਅਮੈਰੀਕਨਸ ਹੋ ਗਏ, ਇੱਕ ਇੰਡੀਅਨਸ ਹੋ ਗਏ, ਚਾਈਨੀਜ਼ ਹੋ ਗਏ, ਹਰ ਇੱਕ ਦਾ ਸਕਿਨ ਕਲਰ ਅਲੱਗ ਹੈ। ਉਹਨਾਂ ਦੇ ਸਾਈਜ਼ 'ਚ ਫਰਕ ਹੈ, ਉਹਨਾਂ ਦੀਆਂ ਲੁੱਕਸ ਦੇ ਵਿੱਚ ਫਰਕ ਹੈ, ਫਿਰ ਵੀ ਅਸੀਂ ਕਹਿੰਦੇ ਹਾਂ ਕਿ ਦੇ ਬਿਲੋਂਗ ਟੂ ਦ ਸੇਮ ਸਪੀਸ਼ੀਜ਼। ਉਹ ਸਾਰੇ ਦੇ ਸਾਰੇ ਸੇਮ ਸਪੀਸ਼ੀਜ਼ ਨੂੰ ਬਿਲੋਂਗ ਕਰਦੇ। ਕਿਉਂ ਬਿਲੋਂਗ ਕਰਦੇ ਬੱਚੋ ਸੇਮ ਸਪੀਸ਼ੀਜ਼ ਨੂੰ? ਕਿਉਂਕਿ ਉਹਨਾਂ ਸਭ ਦੇ ਵਿੱਚ ਕੀ ਹੈ? DNA ਸੇਮ ਹੈ। ਉਹਨਾਂ ਸਭ ਦੇ ਵਿੱਚ ਨੰਬਰ ਆਫ ਕ੍ਰੋਮੋਸੋਮ ਸੇਮ ਹੈ। ਉਹਨਾਂ ਸਭ ਦੇ ਵਿੱਚ ਬੱਚੋ ਐਂਸੈਸਟਰ ਜੋ ਹੈ, ਕਿਉਂਕਿ ਬੇਸਿਕਲੀ ਸਾਰੇ ਕਿੱਥੋਂ ਇਵੋਲਵ ਆਊਟ ਹੋਏ? ਬੇਸਿਕਲੀ ਸਾਰੇ ਇਵੋਲਵ ਆਊਟ ਹੋਏ ਅਰਲੀ ਮੈਨ ਤੋਂ। ਸੋ ਉਹਨਾਂ ਦੇ ਐਂਸੈਸਟਰ ਸੇਮ ਹੈ। ਐਂਡ ਈਵਨ ਉਹ ਇੰਟਰਬਰੀਡ ਕਰ ਸਕਦੇ। ਇੰਟਰਬਰੀਡ ਮੀਨਸ ਕਿ ਅਗਰ ਕੋਈ ਇੰਡੀਅਨਸ ਹੈ ਉਹ ਮੈਰਿਜ ਆਊਟ ਕਰ ਲੇ ਅਮੈਰੀਕਨਸ ਨਾਲ, ਸੋ ਦੇ ਕੈਨ ਪ੍ਰੋਡਿਊਸ ਦ ਯੰਗ ਵਨਸ। ਸੋ ਡਿਫਰੈਂਟ ਸਪੀਸ਼ੀਜ਼ ਨਹੀਂ ਹੋਈਆਂ, ਕਿਉਂਕਿ ਸੇਮ ਸਪੀਸ਼ੀਜ਼ ਨਾਲ ਹੀ ਉਹ ਯੰਗ ਵਨਸ ਪ੍ਰੋਡਿਊਸ ਕਰ ਸਕਦੇ ਹੈ। ਸੋ ਇਹ ਹੈ ਬੱਚੋ ਇਹਦਾ ਆਨਸਰ, ਕਿਉਂਕਿ ਇਹ ਡਿਫਰੈਂਟ ਰੀਜ਼ਨਸ ਹੈ ਜਿਨ੍ਹਾਂ ਕਰਕੇ ਅਸੀਂ ਕਹਿੰਦੇ ਹਾਂ ਕਿ ਈਵਨ ਡਿਫਰੈਂਟ ਕਲਰ, ਸਾਈਜ਼, ਸ਼ੇਪ, ਕੁਝ ਵੀ ਹੋ ਸਾਡੇ ਕੋਲ ਡਿਫਰੈਂਟ ਕਰੈਕਟਰਸ, ਫਿਰ ਵੀ ਹਿਊਮਨਸ ਕੀ ਹੈ ਉਹ ਸਾਰੇ ਅਸੀਂ ਇੱਕੋ ਟਾਈਪ ਦੇ ਵਿੱਚ ਇਨਕਲੂਡ ਕਰਦੇ ਹਾਂ, ਕਿਉਂਕਿ ਦੇ ਹੈਵ ਇਹ ਪੁਆਇੰਟ ਵਾਈਜ਼ ਤੁਸੀਂ ਲਰਨ ਕਰ ਲਿਓ। DNAs, number of chromosomes, have a common ancestor and they can interbreed among themselves. Next आ गया बच्चों, give one example each of the characters that are inherited and that ones are acquired in the humans. So I think बच्चों ਆਪਾਂ ਇਹ ਹੁਣ ਡਿਸਕਸ ਕਰ ਚੁੱਕੇ ਹਾਂ, ਤੁਹਾਨੂੰ ਵੀ ਇਸ ਤੋਂ ਰਿਲੇਟਡ ਪਤਾ ਲੱਗ ਗਿਆ ਹੋਣਾ ਹੈ ਕਿ ਹਰ ਇੱਕ ਦੀ ਇੱਕ ਐਗਜ਼ਾਮਪਲ ਦੇਣੀ ਹੈ, acquired trait ਦੀ ਤੇ inherited trait ਦੀ। ਸੋ acquired trait ਬੱਚੋਂ ਸਾਡੇ ਕੋਲ acquired ਦੇ ਵਿੱਚ ਅਸੀਂ obesity ਤੋਂ ਰਿਲੇਟਡ ਆਪਾਂ ਪੜ੍ਹ ਚੁੱਕੇ ਹਾਂ, ਤੇ inherited ਦੇ ਵਿੱਚ ਤੁਸੀਂ skin color ਲੈ ਲਓ, eye color ਲੈ ਲਓ, ਕੋਈ ਵੀ ਕਲਰ ਅਸੀਂ ਲੈ ਸਕਦੇ ਹਾਂ। Now the base mention the difference between the inherited and the acquired characters. So inherited ਤੇ acquired characters ਦੇ ਵਿੱਚ ਬੱਚਿਓ ਹੋਰ ਉਸ ਤੋਂ ਇਲਾਵਾ ਕੀ difference ਹੈ? So the basic difference between the inherited and acquired character ਇਹ ਹੈ ਬੱਚਿਓ ਕਿ ਜੋ inherited ਹੈ characters ਉਹ ਪਾਸ ਹੁੰਦੇ ਹਮੇਸ਼ਾ parents ਤੋਂ ਉਹਨਾਂ ਦੇ offspring ਚ, ਐਂਡ ਜਿਹੜੇ acquired characters ਹੈ ਉਹ ਹਮੇਸ਼ਾ ਕਿੱਥੋਂ acquire ਹੁੰਦੇ? ਕਿਸੇ ਵੀ person ਦੀ ਲਾਈਫ ਟਾਈਮ 'ਚ, ਜਦੋਂ ਉਹ ਲਾਈਫ ਸਟਾਈਲ ਉਹਦੇ ਡਿਫਰੈਂਟ ਲਾਈਫ ਸਟਾਈਲ ਕਰਕੇ, ਉਹਦੀਆਂ ਡਿਫਰੈਂਟ ਐਨਵਾਇਰਨਮੈਂਟਲ ਕੰਡੀਸ਼ਨਸ ਕਰਕੇ। ਸੋ ਬੱਚਿਓ ਆਈ ਥਿੰਕ ਤੁਹਾਨੂੰ ਹੁਣ ਡਿਫਰੈਂਟ ਜਿਹੜੇ ਹੈਰੀਡਿਟੀ ਤੇ ਵੇਰੀਏਸ਼ਨਸ ਤੋਂ ਰਿਲੇਟਡ ਕਨਸੈਪਟ ਕਲੀਅਰ ਹੋ ਗਿਆ ਹੋਣਾ, ਔਰ ਇਸ ਤੋਂ ਰਿਲੇਟਡ ਜਿਹੜੀ ਇੰਪੋਰਟੈਂਸ ਆਫ ਵੇਰੀਏਸ਼ਨ ਬਾਰੇ ਆਪਾਂ ਪੜ੍ਹਿਆ ਉਸ ਤੋਂ ਰਿਲੇਟਡ, ਐਂਡ ਜਿਹੜੇ ਆਪਾਂ ਕਨਸੈਪਟ ਬੇਸਡ ਕੁਐਸਚਨਸ ਪੜ੍ਹੇ ਉਸ ਤੋਂ ਰਿਲੇਟਡ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਸੋ ਨੈਕਸਟ ਕੁਐਸਚਨ ਹੈ ਬੱਚਿਓ, an individual cannot pass on its progeny the experience of its lifetime। ਕਿ ਕੋਈ ਵੀ ਜਿਹੜਾ ਇੰਡੀਵਿਜੂਅਲ ਹੈ ਉਹ ਆਪਣੇ ਐਕਸਪੀਰੀਐਂਸਿਸ ਨੂੰ ਆਪਣੀ ਪ੍ਰੋਜਨੀ, ਆਪਣੀ ਅਗਲੀ ਜਨਰੇਸ਼ਨ ਨੂੰ ਪਾਸ ਨਹੀਂ ਕਰ ਸਕਦਾ ਜੋ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਸਿੱਖਿਆ ਹੈ। ਸੋ ਇਸ ਕੁਐਸਚਨ ਦੇ ਵਿੱਚ ਕੀ ਕਹਿਣਾ ਚਾਹ ਰਹੇ ਨੇ, ਜਿੱਦਾਂ ਕਿ ਆਪਾਂ ਮਿਊਜ਼ੀਸ਼ੀਅਨ ਤੋਂ ਰਿਲੇਟਡ ਹੁਣੇ ਗੱਲ ਡਿਸਕਸ ਕੀਤੀ, ਸੇਮ ਕੁਐਸਚਨ ਆਪਾਂ ਡੀਲ ਕਰ ਰਹੇ ਹਾਂ ਕਿ ਕੋਈ ਵੀ ਪਰਸਨ ਜਿਹੜਾ ਵੀ ਐਕਵਾਇਰਡ ਕਰੈਕਟਰ ਲੈ ਰਿਹਾ ਉਹ ਆਪਣੀ ਅਗਲੀ ਜਨਰੇਸ਼ਨ ਦੇ ਵਿੱਚ ਪਾਸ ਨਹੀਂ ਕਰ ਪਾ ਰਿਹਾ। ਸੋ ਜਸਟੀਫਾਈ ਦ ਸਟੇਟਮੈਂਟ ਵਿਦ ਦ ਹੈਲਪ ਆਫ ਐਗਜ਼ਾਮਪਲ ਐਂਡ ਗਿਵ ਦ ਰੀਜ਼ਨ। ਉਹਦਾ ਰੀਜ਼ਨ ਵੀ ਦੇਣਾ ਹੈ। ਸੋ ਬੇਸਿਕਲੀ ਬੱਚੋ ਜਿਹੜਾ ਵੀ ਐਕਸਪੀਰੀਅੰਸ ਕੋਈ ਵੀ ਇੰਡੀਵਿਜੂਅਲ ਗੇਨ ਕਰ ਰਿਹਾ ਸੋ ਉਹ ਉਹਨਾਂ ਦੇ DNA ਦੇ ਵਿੱਚ ਚੇਂਜ ਨਹੀਂ ਕਰੇਗਾ। ਸੋ ਦੈਟ ਡਜ਼ ਨਾਟ ਮੇਕ ਐਨੀ ਚੇਂਜ ਇਨ ਦ ਜੀਨ ਆਫ ਦ ਇੰਡੀਵਿਜੂਅਲ ਦੇ ਜੀਨਸ ਦੇ ਵਿੱਚ ਕੋਈ ਫਰਕ ਨਹੀਂ ਪਏਗਾ। ਸੋ ਬੱਚੇ ਦੀ ਐਗਜ਼ਾਮਪਲ ਹੈ ਲਾਈਕ ਇਫ ਅ ਪਰਸਨ ਰੀਡਸ ਅ ਬੁੱਕ ਔਨ ਬਰਡਸ। ਕੋਈ ਪਰਸਨ ਹੈ ਅਗਰ ਉਹ ਕਿਤਾਬਾਂ ਪੜ੍ਹਦਾ ਹੈ ਕਿਸ ਤੋਂ ਰਿਲੇਟਡ, ਪਕਸ਼ੀਆਂ ਤੋਂ ਰਿਲੇਟਡ, ਦ ਨੌਲੇਜ ਹੀ ਅਰਨਸ ਬਾਈ ਰੀਡਿੰਗ ਦ ਬੁੱਕਸ। ਜਿਹੜੀ ਉਹਨੂੰ ਨੌਲੇਜ ਮਿਲੀ ਹੈ ਉਹਦੇ ਜੀਨਸ ਦੇ ਵਿੱਚ ਤਾਂ ਨਹੀਂ ਆਈ, ਉਹ ਨੌਲੇਜ ਸਿਰਫ ਔਰ ਸਿਰਫ ਉਹਦੇ ਕਿੱਥੇ ਰਹੀ, ਉਹਦੇ ਬ੍ਰੇਨ ਦੇ ਵਿੱਚ ਰਹੀ ਹੈ। ਸੋ ਇਸ ਕਰਕੇ ਉਹ ਕਰੈਕਟਰ ਕਿਹੜਾ ਕਰੈਕਟਰ ਹੋਇਆ ਬੱਚਿਓ, ਐਕਵਾਇਰਡ ਕਰੈਕਟਰ ਹੈ ਜੋ ਕਿ ਅਗਲੀ ਜਨਰੇਸ਼ਨ ਦੇ ਵਿੱਚ ਪਾਸ ਨਹੀਂ ਹੋ ਸਕਦਾ। ਸੋ ਇਸ ਕਰਕੇ ਜੋ ਵੀ ਡਿਊਰਿੰਗ ਲਾਈਫ ਟਾਈਮ ਐਕਵਾਇਰ ਕਰਦੇ ਨੇ ਉਹ ਕਿਸ ਤਰ੍ਹਾਂ ਦਾ ਕਰੈਕਟਰ ਹੈ, ਐਕਵਾਇਰਡ ਕਰੈਕਟਰ ਹੈ। ਸੋ ਬੱਚਿਓ ਇਹ ਸੀ ਅੱਜ ਦਾ ਆਪਣਾ ਲੈਕਚਰ ਜਿਸ ਦੇ ਵਿੱਚ ਆਪਾਂ ਹੈਰੀਡਿਟੀ ਤੇ ਵੇਰੀਏਸ਼ਨਸ ਦੇ ਬਾਰੇ ਪੜ੍ਹਿਆ, ਕੀ ਇੰਪੋਰਟੈਂਸ ਹੈ, ਉਸ ਤੋਂ ਰਿਲੇਟਡ ਕੁਝ ਕਨਸੈਪਟ ਬੇਸਡ ਕੁਐਸਚਨਸ ਪੜ੍ਹੇ। ਅਗਲੇ ਲੈਕਚਰ ਦੇ ਵਿੱਚ ਆਪਾਂ ਅੱਗੇ ਕੰਟੀਨਿਊ ਕਰਾਂਗੇ ਰਿਲੇਟਡ ਟੂ ਦ ਜੈਨੇਟਿਕਸ। ਆਈ ਹੋਪ ਤੁਹਾਨੂੰ ਇਹ ਲੈਕਚਰ ਸਮਝ ਆਇਆ ਹੋਵੇਗਾ। ਥੈਂਕ ਯੂ।